ਤੁਸੀਂ ਕਿਵੇਂ ਦੇਖਦੇ ਹੋ ਅੱਜ ਗੁਰਮਤਿ ਸੰਗੀਤ ਦੇ ਕੀ ਹਾਲਾਤ ਨੇ ਜਾਂ ਗੁਰਮਤਿ ਸੰਗੀਤ ਕਿੱਥੇ ਖੜਾ? ਇਹ ਸਾਰੇ ਲੋਕਾਂ ਦੇ ਮਨ ਵਿੱਚ ਇਹ ਸੀ ਕਿ ਸਾਡਾ ਜਿਹੜਾ ਗੁਰਮਤਿ ਸੰਗੀਤ ਹੈ ਜਾਂ ਸ਼ਬਦ ਕੀਰਤਨ ਹੈ, ਇਸ ਦੀ ਇੱਕ ਵੱਖਰੀ ਹੋਂਦ ਜਾਂ ਹਸਤੀ ਹੈ, ਤਾਂ ਇਸ ਨੂੰ ਅਕਾਦਮਿਕ ਪੱਧਰ ਉੱਤੇ ਲਾਗੂ ਕਰਨਾ ਚਾਹੀਦਾ ਹੈ। ਚੇਲੇ ਨੇ ਗੁਰੂ ਧਾਰ ਲਿਆ ਤਾਂ ਉਦੋਂ ਬਾਅਦ ਜਿਹੜੇ ਸੰਗੀਤ ਦੇ ਜਿਹੜੇ ਸਫ਼ਰ ਸ਼ੁਰੂ ਹੁੰਦਾ ਸੀ, ਤੁਹਾਨੂੰ ਕੀ ਲੱਗਦਾ ਵੀ ਅਕੈਡਮਿਕ 'ਚ ਆ ਕੇ ਕਿਤੇ ਨਾ ਕਿਤੇ ਇਹ ਤਿੜਕਾਈ ਹੈ? ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਜੀ ਉਹ ਗੁਰੂ ਸ਼ਿਸ਼ ਪਰੰਪਰਾ ਵਾਲੀ ਤਿੜਕ ਵਾਲੀ, ਉਹ ਗੁਰੂ ਸ਼ਿਸ਼ ਪਰੰਪਰਾ ਅਜੇ ਵੀ ਉਸ ਤਰ੍ਹਾਂ ਚੱਲੀ ਜਾ ਰਹੀ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਪਿਆ। ਸੰਗੀਤ ਵਿੱਦਿਆ ਵੀ ਜਿਹੜੀ ਪਹਿਲਾਂ ਰਿਆਸਤਾਂ ਦੇ ਵਿੱਚ ਘਰਾਣਿਆਂ ਵਿੱਚ ਸਿਖਾਈ ਜਾਂਦੀ ਸੀ, ਉਹ ਬਾਅਦ ਵਿੱਚ ਸਾਡੀ ਸਕੂਲੀ ਵਿੱਦਿਆ ਵਿੱਚ ਆ ਗਈ। ਸੰਗੀਤ ਵਿੱਦਿਆ ਦੀ ਅਗਰ ਮੈਂ ਗੱਲ ਕਰਾਂ, ਗੁਰਦੁਆਰਿਆਂ ਵਿੱਚ ਜਿਵੇਂ ਪਹਿਲਾਂ ਗੁਰਮੁਖੀ ਸਿਖਾਈ ਜਾਂਦੀ ਸੀ ਔਰ ਉਸੇ ਤਰ੍ਹਾਂ ਹੀ ਕੀਰਤਨ ਔਰ ਗੁਰਮਤਿ ਦੀ ਵਿੱਦਿਆ ਵੀ ਦਿੱਤੀ ਜਾਂਦੀ ਸੀ। ਬਾਅਦ ਵਿੱਚ ਉਹ ਗੁਰਮੁਖੀ ਪੰਜਾਬੀ ਦੀ ਟੀਚਿੰਗ ਜਿਹੜੀ ਹੈ ਗੁਰਮੁਖੀ ਦੀ ਸਕੂਲਾਂ ਵਿੱਚ ਪੜ੍ਹਾਈ ਜਾਣ ਲੱਗ ਪਈ। ਇੰਡੀਅਨ ਸੰਗੀਤ ਜਾਂ ਉਹਦੇ 'ਚ ਸਿੱਖ ਸੰਗੀਤ ਦਾ ਕਿੰਨਾ ਕਰਸੂਖ ਆ ਜਾਂ ਕਿੰਨੀ ਕੁ ਮਾਨਤਾ ਤੁਸੀਂ ਦੇਖਦੇ ਹੋ? ਪਹਿਲਾਂ ਇਹ ਨਹੀਂ ਸੀ। ਜਦੋਂ ਅਸੀਂ ਗੱਲ ਗੁਰਮਤਿ ਸੰਗੀਤ ਦੀ ਸ਼ੁਰੂ ਕੀਤੀ ਸੀ ਭਾਰਤੀ ਸੰਗੀਤ ਦੇ ਵਿੱਚ, ਹੁਣ ਵੀ ਭਾਰਤੀ ਸੰਗੀਤ ਦੀਆਂ ਜਿਹੜੀਆਂ ਪੁਸਤਕਾਂ ਨੇ ਜਾਂ ਭਾਰਤੀ ਸੰਗੀਤ ਦੀਆਂ ਜਿਹੜੀਆਂ ਧਾਰਾਵਾਂ ਨੇ, ਉਹਨਾਂ ਵਿੱਚ ਗੁਰਮਤਿ ਸੰਗੀਤ ਨੂੰ ਇੱਕ ਸੁਤੰਤਰ ਸੰਗੀਤ ਦੀ ਵਿੱਦਿਆ ਦੇ ਤੌਰ ਤੇ ਉਹਨਾਂ ਜ਼ਿਆਦਾ ਤਸਲੀਮ ਨਹੀਂ ਕੀਤਾ ਜਾਂਦਾ। ਕੰਪੈਰੀਜ਼ਨ ਟੂ ਇੰਡੀਅਨ ਕਲਾਸੀਕਲ ਮਿਊਜ਼ਿਕ, ਸੂਫੀ ਮਿਊਜ਼ਿਕ, ਲੋਕ ਸੰਗੀਤ, ਇਸ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਬਿਨਾਂ ਹੋਰ ਯੂਨੀਵਰਸਿਟੀਆਂ ਵਿੱਚ ਨਹੀਂ ਪੜ੍ਹਾਇਆ ਜਾ ਰਿਹਾ। ਅਗਰ ਪੰਜਾਬ ਦੇ ਲੋਕ ਪੰਜਾਬ ਦੀ ਸੰਗੀਤ ਪਰੰਪਰਾ ਦੀ ਗੱਲ ਨਹੀਂ ਕਰਨਗੇ ਤਾਂ ਉਹ ਬੰਗਾਲ ਵਾਲੇ ਜਾਂ ਦੂਸਰੇ ਬੰਦੇ ਦਾ ਫਰਜ਼ ਥੋੜ੍ਹਾ ਬਣਦਾ ਹੈ। ਸਾਡਾ ਜ਼ਿਆਦਾ ਫਰਜ਼ ਬਣਦਾ ਕਿ ਅਸੀਂ ਆਪਣੇ ਇਹ ਸੱਭਿਆਚਾਰਕ ਸੰਗੀਤ ਨੂੰ ਅਕਾਦਮਿਕ ਤੌਰ ਤੇ ਵੀ ਤੇ ਆਪਣੇ ਸੰਗੀਤ ਵਿੱਦਿਆ ਦੇ ਵਿੱਚ ਵੀ, ਸੰਗੀਤ ਵਿਸ਼ੇ ਵਿੱਚ ਵੀ ਅਸੀਂ ਇਸ ਨੂੰ ਪੜ੍ਹਾਈਏ, ਸਿਖਾਈਏ, ਲਿਖੀਏ, ਲਿਖਾਈਏ। ਇਕੱਲਾ ਭਾਰਤੀ ਸੰਗੀਤ ਭਾਰਤ ਤੱਕ ਨਹੀਂ ਸੀਮਿਤ ਰਿਹਾ, ਇਹ ਸਾਰੇ ਏਸ਼ੀਆ, ਏਸ਼ੀਅਨ ਮਿਊਜ਼ਿਕ ਦੇ ਵਿੱਚ ਵੀ ਇਸ ਦਾ, ਸਾਊਥ ਏਸ਼ੀਅਨ ਮਿਊਜ਼ਿਕ ਦੇ ਵਿੱਚ ਵੀ ਇਸ ਦਾ ਬੜਾ ਵੱਡਾ ਯੋਗਦਾਨ ਹੈ। ਕੀਰਤਨ ਨੂੰ ਜੇ ਵੱਡੇ ਲੈਵਲ ਤੇ ਦੇਖਦੇ ਆ ਤਾਂ ਕਹਿ ਦਿੰਦੇ ਨੇ ਵੀ ਇਹ ਰਾਗਾਂ ਦਾ ਕੀਰਤਨ ਆ। ਜਿਹੜਾ ਕੀਰਤਨ ਸੀ, ਕੁਝ ਕੀਰਤਨੀਏ ਭਾਰਤੀ ਸੰਗੀਤ ਦੇ ਖਿਆਲ ਗਾਇਕੀ ਜਾਂ ਤਾਨ ਪਲਟਾ ਪ੍ਰਧਾਨ ਉਹ ਕਰ ਦਿੰਦੇ ਸੀ ਔਰ ਸ਼ਬਦ ਪ੍ਰਧਾਨ ਗਾਇਕੀ ਨਹੀਂ ਸੀ ਗਾਉਂਦੇ। ਜਿੱਥੇ ਵੀ ਕੀਰਤਨ ਦਰਬਾਰ ਹੁੰਦਾ, ਸੰਗਤ ਸੁਣਦੀ ਹੈ, ਬਸ਼ਰਤੇ ਕਿ ਉਹ ਗੁਰਮਤਿ ਸੰਗੀਤ ਦੇ ਸਿਧਾਂਤ ਅਨੁਸਾਰ ਕੀਰਤਨ ਹੋਵੇ। ਕੇਵਲ ਰਾਗ ਪ੍ਰਧਾਨ ਕੀਰਤਨ ਨਹੀਂ ਹੋਣਾ ਚਾਹੀਦਾ, ਸ਼ਬਦ ਪ੍ਰਧਾਨ ਕੀਰਤਨ ਹੋਵੇ, ਰਾਗ ਤੇ ਆਧਾਰਿਤ ਹੋਵੇ। ਜਿਹੜੇ ਕੰਪੋਜੀਸ਼ਨ ਦੇ ਹਿਸਾਬ ਨਾਲ ਕੀਰਤਨ ਕਰਦੇ ਨੇ, ਚਾਹੇ ਉਹ ਗਜ਼ਲ ਦੇ ਕੰਪੋਜੀਸ਼ਨ ਲੈ ਲੈਂਦੇ ਨੇ ਜਾਂ ਉਹ ਧਾਰਨਾ ਗਾਉਂਦੇ ਨੇ, ਗੁਰਮਤਿ ਸੰਗੀਤ ਕਬੂਲ ਕਰਦਾ ਇਸ ਚੀਜ਼? ਇਹ ਹੈ ਕਿ ਅਸੀਂ ਕੰਪੋਜੀਸ਼ਨ ਕਿਵੇਂ ਬਣਾਉਂਦੇ ਹਾਂ, ਸ਼ਬਦ ਨੂੰ, ਸ਼ਬਦ ਰਚਨਾ ਨੂੰ, ਸ਼ਬਦ ਦੀ ਕੀਰਤਨ ਦੀ ਰਚਨਾ ਕਿਵੇਂ ਬਣਾਉਣੀ ਹੈ। ਉਸ ਨੂੰ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਹੁਣ ਤੂੰ ਇਸ ਸ੍ਰੀ ਰਾਗ ਦੇ ਵਿੱਚ ਹੀ ਇਸ ਕੰਪੋਜੀਸ਼ਨ ਨੂੰ ਬਣਾ। ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਦੇਖ ਰਹੇ ਹੋ ਤੇ ਮੈਂ ਜਸਪ੍ਰੀਤ ਖਾਨ। ਅੱਜ ਅਸੀਂ ਜਿਨ੍ਹਾਂ ਸ਼ਖਸੀਅਤਾਂ ਦੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ, ਉਹਨਾਂ ਨੇ ਗੁਰਮਤਿ ਸੰਗੀਤ ਦੇ ਲਈ ਵੱਡੇ ਕਾਰਜ ਆਰੰਭੇ ਹੋਏ ਨੇ। ਲੰਮੇ ਸਮੇਂ ਤੋਂ ਗੁਰਮਤਿ ਸੰਗੀਤ ਨੂੰ ਉੱਪਰ ਚੱਕਣ ਲਈ, ਚਾਹੇ ਉਹ ਅਕੈਡਮਿਕ ਲੈਵਲ ਤੇ ਹੋਵੇ, ਚਾਹੇ ਉਹ ਗਰਾਊਂਡ ਲੈਵਲ ਤੇ ਹੋਵੇ, ਵੱਡੇ ਕਾਰਜ ਕੀਤੇ ਨੇ। ਮੈਂ ਵੀ ਉਹਨਾਂ ਦਾ ਹੀ ਲਾਇਆ ਹੋਇਆ ਬੂਟਾ। ਅੱਜ ਦਾ ਦਿਨ ਮੇਰੇ ਲਈ ਤਾਂ ਖਾਸ ਆ ਕਿ ਅੱਜ ਅਸੀਂ ਉਹਨਾਂ ਦੀ ਇੰਟਰਵਿਊ ਕਰਨ ਉਹਨਾਂ ਦੇ ਘਰ ਆਏ ਹੋਏ ਹਾਂ। ਮੇਰੀ ਮੁਰਾਦ ਆ ਡਾਕਟਰ ਗੁਰਨਾਮ ਸਿੰਘ ਜੀ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪ੍ਰੀਤ ਜੀ, ਬਹੁਤ ਮੈਨੂੰ ਖੁਸ਼ੀ ਹੋਈ ਹੈ, ਪ੍ਰਸੰਨਤਾ ਹੋਈ ਹੈ ਜੀ। ਇੱਕ ਤਾਂ ਬੜੀ ਦੇਰ ਬਾਅਦ ਮੈਂ ਤੁਹਾਨੂੰ ਮਿਲਿਆ ਔਰ ਮੈਨੂੰ ਇਹ ਖੁਸ਼ੀ ਹੈ ਕਿ ਤੁਸੀਂ ਔਨ ਏਅਰ ਲਈ ਕੰਮ ਕਰ ਰਹੇ ਹੋ ਔਰ ਗੁਰਮਤਿ ਸੰਗੀਤ ਦੇ ਸਾਡੇ ਅੰਬੈਸਡਰ ਹੋ ਔਰ ਬਹੁਤ ਸ਼ੁਕਰੀਆ। ਇਸ ਗੱਲ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਡਾਕਟਰ ਸਾਹਿਬ, ਤੁਸੀਂ ਲੰਮਾ ਸਮਾਂ ਜਿਹੜਾ ਗੁਰਮਤਿ ਸੰਗੀਤ ਨੂੰ ਸਮਰਪਿਤ ਹੀ ਹੋਏ ਹੋ, ਹੈ ਨਾ? ਅੱਜ ਵੀ ਗੁਰਮਤਿ ਸੰਗੀਤ ਲਈ ਵੱਡੇ ਕਾਰਜ ਕਰ ਰਹੇ ਹੋ। ਡਾਕਟਰ ਸਾਹਿਬ, ਤੁਸੀਂ ਗੁਰਮਤਿ ਸੰਗੀਤ ਨੂੰ ਅਕੈਡਮਿਕ ਲੈਵਲ 'ਚ ਲੈ ਕੇ ਆਏ ਹੋ, ਅਕੈਡਮਿਕ ਦੇ ਤੌਰ 'ਤੇ ਤੁਸੀਂ ਉਹਨੂੰ ਪੇਸ਼ ਕੀਤਾ। ਤੁਸੀਂ ਕਿਵੇਂ ਦੇਖਦੇ ਹੋ ਅੱਜ ਗੁਰਮਤਿ ਸੰਗੀਤ ਦੇ ਕੀ ਹਾਲਾਤ ਨੇ ਜਾਂ ਗੁਰਮਤਿ ਸੰਗੀਤ ਕਿੱਥੇ ਖੜਾ? ਪਹਿਲੀ ਤਾਂ ਗੱਲ ਹੈ ਕਿ ਤੁਹਾਡਾ ਸਵਾਲ ਬਹੁਤ ਅੱਛਾ ਹੈ, ਇਸ ਗੱਲ ਲਈ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ। ਨਿਰਸੰਦੇਹ ਗੁਰਮਤਿ ਸੰਗੀਤ ਦੀ ਜਿਹੜੀ ਅਕਾਦਮਿਕ ਪੁਨਰ ਸੁਰਜੀਤੀ ਹੈ, ਉਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਔਰ ਇਹ ਇਕੱਲਾ ਮੈਂ ਮਹਿਸੂਸ ਨਹੀਂ ਸੀ ਕਰਦਾ। ਮੇਰੇ ਤੋਂ ਜਿਹੜੇ ਮੇਰੇ ਸੀਨੀਅਰਸ ਨੇ ਜਾਂ ਮੇਰੇ ਤੋਂ ਜਿਹੜੇ ਪੂਰਵਲੇ ਗੁਰਮਤਿ ਦੇ ਵਿਦਵਾਨ ਨੇ ਜਾਂ ਸਾਡੇ ਸੰਗੀਤ ਦੇ ਖੇਤਰ ਦੇ ਜਿਹੜੇ ਮੇਰੇ
ਮੇਰੇ ਟੀਚਰ ਸੀ ਜਾਂ ਮੇਰੇ ਗੁਰੂਦੇਵ ਸੀ, ਹੂੰ ਉਹਨਾਂ ਸਾਰਿਆਂ ਨੇ ਮਹਿਸੂਸ ਕੀਤਾ। ਮੇਰੀ ਮੁਰਾਦ ਹੈ ਕਿ ਅਗਰ ਮੈਂ ਗੱਲ ਕਰਾਂ ਕਿ ਡਾਕਟਰ ਭਾਈ ਚਰਨ ਸਿੰਘ, ਭਾਈ ਵੀਰ ਸਿੰਘ ਜੀ, ਹੂੰ ਇਹ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਕਿ ਗੁਰਮਤਿ ਸੰਗੀਤ ਦੀ ਇੱਕ ਵੱਖਰੀ ਹੋਂਦ ਹੈ, ਗੁਰੂ ਘਰ ਦੀ ਕੀਰਤਨ ਪਰੰਪਰਾ ਦੀ ਇੱਕ ਵੱਖਰੀ ਹੋਂਦ ਹੈ। ਔਰ ਇਸ ਤੋਂ ਬਾਅਦ ਫਿਰ ਅਗਲੀ ਜੇ ਮੈਂ ਕਤਾਰ 'ਚ ਦੇਖਦਾ ਤਾਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਔਰ ਹੋਰ ਸਾਰੇ ਜਿਹੜੇ ਵਿਦਵਾਨ ਸੀ, ਈਵਨ ਕਿ ਉਹਨਾਂ ਤੋਂ ਪਹਿਲਾਂ ਡਾਕਟਰ ਭਾਈ ਕਾਨ ਸਿੰਘ ਜੀ ਨਾਭਾ, ਹੂੰ ਉਹਨਾਂ ਨੇ ਵੀ ਆਪਣੀ ਲਿਖਤਾਂ ਦੇ ਵਿੱਚ ਬਹੁਤ ਲਿਖਿਆ ਕਿ ਕੀਰਤਨ ਇੱਕ ਬਹੁਤ ਵੱਡੀ ਵਿੱਦਿਆ ਹੈ। ਮਹੰਤ ਗਜਾ ਸਿੰਘ ਜੀ ਜਿਹੜੇ ਉਹਨਾਂ ਦੇ ਉਸਤਾਦ ਸੀ, ਉਹਨਾਂ ਨੇ ਵੀ ਇਸ ਬਾਰੇ ਬਹੁਤ ਗੱਲਾਂ ਕੀਤੀਆਂ ਨੇ ਆਪਣੇ ਗ੍ਰੰਥਾਂ ਦੇ ਵਿੱਚ। ਤੋ ਸਾਰਿਆਂ ਨੇ ਹੀ ਇਹ ਮਹਿਸੂਸ ਕੀਤਾ ਹੈ ਕਿ ਗੁਰਮਤਿ ਸੰਗੀਤ ਜਾਂ ਸ਼ਬਦ ਕੀਰਤਨ ਦੀ ਜਿਹੜੀ ਵਿੱਦਿਆ ਹੈ ਉਹ ਇੱਕ ਖਾਸ ਵਿੱਦਿਆ, ਔਰ ਇਸ ਦੀ ਜਿਹੜਾ ਸਿੱਖਣ ਸਿਖਾਉਣ ਦਾ ਜਿਹੜਾ ਢੰਗ ਹੈ ਉਹ ਕੋਈ ਨਾ ਕੋਈ ਸਾਨੂੰ ਸਥਾਪਿਤ ਕਰਨਾ ਚਾਹੀਦਾ। ਔਰ ਉਦੋਂ ਬਾਅਦ ਫਿਰ ਜਦੋਂ ਅਕਾਦਮਿਕ ਤੌਰ 'ਤੇ ਇਹਦੀ ਗੱਲ ਆਈ ਤਾਂ ਜਿੰਨੇ ਵੀ ਸਾਡੇ ਜਿਹੜੇ ਸੰਗੀਤ ਦੇ ਸਾਡੇ ਵਿਦਵਾਨ ਸੀ, ਸਾਡੇ ਮੇਰੇ ਗੁਰੂਦੇਵ ਪ੍ਰੋਫੈਸਰ ਤਾਰਾ ਸਿੰਘ ਜੀ ਜਾਂ ਹੁਣ ਪ੍ਰੋਫੈਸਰ ਕਰਤਾਰ ਸਿੰਘ ਜੀ ਦੀ ਜੇ ਆਪਾਂ ਗੱਲ ਕਰੀਏ, ਤਾਂ ਡਾਕਟਰ ਅਜੀਤ ਸਿੰਘ ਜੀ ਪੈਂਤਲ ਦੀ ਆਪਾਂ ਗੱਲ ਕਰੀਏ, ਤਾਂ ਇਹ ਸਿੰਘ ਬੰਧੂ ਸਰਦਾਰ ਸੁਰਿੰਦਰ ਸਿੰਘ ਜੀ ਦੀ ਗੱਲ ਕਰੀਏ, ਤਾਂ ਇਹ ਸਾਰੇ ਲੋਕਾਂ ਦੇ ਮਨ ਵਿੱਚ ਇਹ ਸੀ ਕਿ ਸਾਡਾ ਜਿਹੜਾ ਗੁਰਮਤਿ ਸੰਗੀਤ ਹੈ ਜਾਂ ਸ਼ਬਦ ਕੀਰਤਨ ਹੈ, ਇਸ ਦੀ ਇੱਕ ਵੱਖਰੀ ਹੋਂਦ ਜਾਂ ਹਸਤੀ ਹੈ, ਤਾਂ ਇਸ ਨੂੰ ਅਕਾਦਮਿਕ ਪੱਧਰ ਉੱਤੇ ਲਾਗੂ ਕਰਨਾ ਚਾਹੀਦਾ। ਪਰ ਉਹੀ ਹੋਇਆ ਕਿ ਬਈ ਸਾਰੇ ਆਪੋ ਆਪਣੇ ਤਰੀਕਿਆਂ ਦੇ ਨਾਲ ਕੰਮ ਕਰਦੇ ਰਹੇ, ਔਰ ਫਿਰ ਉਸ ਤੋਂ ਬਾਅਦ ਇਸ ਨੂੰ ਅਕਾਦਮਿਕ ਤੌਰ 'ਤੇ ਸਥਾਪਿਤ ਕਰਨ ਲਈ ਇੱਕ ਜਿਹੜਾ ਹੁੰਗਾਰਾ, ਹੁਲਾਰਾ ਜਾਂ ਉਤਸ਼ਾਹ ਜਿਹੜਾ ਮਿਲਿਆ, ਉਹ ਸੰਤ ਬਾਬਾ ਸੁੱਚਾ ਸਿੰਘ ਜੀ ਜੋਧੀ ਵਾਲੇ ਜਿਹੜੇ ਨੇ, ਉਹਨਾਂ ਨੇ ਦੂਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਚਲਾਈ ਔਰ ਬੜਾ ਵੱਡਾ ਕੰਮ ਕੀਤਾ ਰਾਗ ਨਿਰਣਾਇਕ ਕਮੇਟੀ ਦੇ ਜ਼ਰੀਏ। ਔਰ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਰਹੇ ਬੀਬੀ ਜਸਵੀਰ ਕੌਰ ਜੀ ਖਾਲਸਾ। ਤੋਂ ਉਹਨਾਂ ਦੇ ਉੱਦਮ ਦੇ ਨਾਲ ਸਾਨੂੰ ਇਹ ਇੱਕ ਜਿਹੜਾ ਹੈ ਚਾਂਸ ਮਿਲਿਆ, ਇੱਕ ਜਿਹੜਾ ਹੈ ਸਾਨੂੰ ਅਪਰਚੁਨਿਟੀ ਮਿਲੀ। ਉਹਦੇ ਵਿੱਚੋਂ ਫਿਰ ਗੁਰਮਤਿ ਸੰਗੀਤ ਦੀ ਅਕਾਦਮਿਕ ਸਥਾਪਤੀ ਦਾ ਰਾਹ, ਕਿਉਂਕਿ ਅਸੀਂ ਕਾਫੀ ਦੇਰ ਤੋਂ ਲੱਗੇ ਹੋਏ ਸੀ, ਉਹ ਕਿਵੇਂ ਹੋਇਆ ਔਰ ਕਿਸ ਤਰ੍ਹਾਂ ਇਹ ਸਾਰੀ ਕੁਝ ਸਥਾਪਤੀ ਹੋ ਸਕੀ, ਉਹਦੇ ਬਾਰੇ ਆਪਾਂ ਗੱਲ ਇਸ ਇੰਟਰਵਿਊ ਵਿੱਚ ਅੱਗੇ ਕਰਾਂਗੇ। ਪਰ ਅਕਾਦਮਿਕ ਤੌਰ 'ਤੇ ਲਾਗੂ ਹੋਣ ਦੇ ਨਾਲ ਗੁਰਮਤਿ ਸੰਗੀਤ ਦੀ ਭਾਰਤੀ ਸੰਗੀਤ ਦੀ ਤੁਲਨਾ ਦੇ ਵਿੱਚ ਵੱਖਰੀ ਜਿਹੜੀ ਹਸਤੀ ਸੀ, ਉਹ ਪੂਰਨ ਰੂਪ ਵਿੱਚ ਸਥਾਪਿਤ ਹੋਈ। ਔਰ ਉਸ ਦਾ ਜਿਹੜਾ ਕ੍ਰੈਡਿਟ ਹੈ ਪੰਜਾਬੀ ਯੂਨੀਵਰਸਿਟੀ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਜਾਂਦਾ ਹੈ, ਕਿਉਂਕਿ ਦੋਹਾਂ ਯੂਨੀਵਰਸਿਟੀਆਂ ਨੇ ਗੁਰਮਤਿ ਸੰਗੀਤ ਦੀ ਸੁਤੰਤਰ ਹਸਤੀ ਨੂੰ ਤਸਲੀਮ ਕੀਤਾ ਔਰ ਅਕਾਦਮਿਕ ਪੱਧਰ ਉੱਤੇ ਇਸ ਨੂੰ ਇੰਟਰੋਡਿਊਸ ਕਰਨ ਵਿੱਚ ਪਹਿਲ ਕੀਤੀ। ਡਾਕਟਰ ਸਾਹਿਬ, ਤੁਸੀਂ ਗੁਰਮਤਿ ਸੰਗੀਤ ਨੂੰ ਕਿਤਾਬਾਂ 'ਚ ਲੈ ਕੇ ਆਏ, ਪਰ ਗੁਰਮਤਿ ਸੰਗੀਤ ਦੀ ਆਪਾਂ ਜੇ ਗੱਲ ਕਰੀਏ, ਪੁਰਾਤਨ ਜੇ ਆਪਾਂ ਗੱਲ ਕਰੀਏ ਵੀ ਇੱਕ ਚੇਲੇ ਦੀ ਤੇ ਗੁਰੂ ਦੀ ਜਿਹੜੀ ਗੰਢਾਬੰਦੀ ਦੀ ਰਸਮ ਹੁੰਦੀ ਸੀਗੀ, ਜਾਂ ਉਹਨੂੰ ਆਪਾਂ ਲੈ ਲਈਏ ਵੀ ਚੇਲੇ ਨੇ ਗੁਰੂ ਧਾਰ ਲਿਆ, ਤਾਂ ਉਦੋਂ ਬਾਅਦ ਜਿਹੜੇ ਸੰਗੀਤ ਦੇ ਜਿਹੜੇ ਸਫ਼ਰ ਸ਼ੁਰੂ ਹੁੰਦਾ ਸੀ। ਤੁਹਾਨੂੰ ਕੀ ਲੱਗਦਾ ਵੀ ਅਕੈਡਮਿਕ 'ਚ ਆ ਕੇ ਕਿਤੇ ਨਾ ਕਿਤੇ ਇਹ ਤੜਕਾਈ ਹੈ? ਜਿਹੜੀਆਂ ਪਹਿਲਾਂ ਜਿੰਨੀਆਂ ਵੀ ਵਿਦਿਆਵਾਂ ਨੇ ਉਹ ਸਾਰੀਆਂ ਹੀ ਪਹਿਲਾਂ ਗੁਰੂਮੁਖੀ ਹੁੰਦੀਆਂ ਸੀ, ਠੀਕ ਹੈ। ਉਸੇ ਤਰ੍ਹਾਂ ਹੀ ਜਿੰਨੀ ਸੰਗੀਤ ਵਿਦਿਆ ਵੀ ਗੁਰਮੁਖੀ ਵਿਦਿਆ ਹੀ ਰਹੀ ਹੈ, ਕਿਉਂਕਿ ਗੁਰਮੁਖ ਤੋਂ ਸਿੱਖਣ ਵਾਲੀ ਵਿਦਿਆ ਹੈ, ਸੀਨਾ ਬਸੀਨਾ 101 ਸਿੱਖਣ ਵਾਲੀ ਵਿਦਿਆ। ਔਰ ਇਹ ਪਰੰਪਰਾ ਜਿਵੇਂ ਬਾਕੀ ਵਿਦਿਆਵਾਂ ਜਿਹੜੀਆਂ ਨੇ ਅਕਾਦਮਿਕ ਤੌਰ 'ਤੇ ਆ ਕੇ ਇੱਕ ਵਿਸ਼ੇ ਵਜੋਂ ਉਹ ਇੰਟਰੋਡਿਊਸ ਹੋਈਆਂ ਔਰ ਉਹਨਾਂ ਨੇ ਵਿਕਾਸ ਕੀਤਾ, ਉਸੇ ਤਰ੍ਹਾਂ ਹੀ ਸੰਗੀਤ ਵਿਦਿਆ ਵੀ ਜਿਹੜੀ ਪਹਿਲਾਂ ਰਿਆਸਤਾਂ ਦੇ ਵਿੱਚ ਘਰਾਣਿਆਂ ਵਿੱਚ ਸਿਖਾਈ ਜਾਂਦੀ ਸੀ, ਉਹ ਬਾਅਦ ਵਿੱਚ ਸਾਡੀ ਸਕੂਲੀ ਵਿਦਿਆ ਵਿੱਚ ਆ ਗਈ। ਸੰਗੀਤ ਵਿਦਿਆ ਦੀ ਅਗਰ ਮੈਂ ਗੱਲ ਕਰਾਂ ਤਾਂ ਸਾਡੇ ਜਿਹੜੇ 19ਵੀਂ ਸਦੀ ਵਿੱਚ 19 ਤੇ 20ਵੀਂ ਸਦੀ ਵਿੱਚ ਪੰਡਿਤ ਵਿਸ਼ਨੂੰ ਨਾਰਾਇਣ ਭਾਤਖੰਡੇ, ਪੰਡਿਤ ਵਿਸ਼ਨੂੰ ਦਿਗੰਬਰ ਪੁਲਸਕਰ, ਇਹਨਾਂ ਸਾਰਿਆਂ ਨੇ ਯਤਨ ਕੀਤੇ ਕਿ ਇੱਕ ਸਿਸਟਮ ਹੋਣਾ ਚਾਹੀਦਾ, ਕਰਿਕੂਲਮ ਹੋਣਾ ਚਾਹੀਦਾ, ਸਿਲੇਬਸ ਹੋਣੇ ਚਾਹੀਦੇ ਨੇ, ਇੰਸਟੀਟਿਊਸ਼ਨ ਹੋਣੇ ਚਾਹੀਦੇ ਨੇ, ਸੰਮੇਲਨ ਹੋਣੇ ਚਾਹੀਦੇ ਨੇ, ਉਹਨਾਂ ਵਿੱਚ ਸੰਗੀਤ ਵਿਦਿਆ ਦਿੱਤੀ ਜਾਣੀ ਚਾਹੀਦੀ ਹੈ। ਫਿਰ ਸਕੂਲ ਕਾਲਜਸ ਜਦੋਂ ਇਹ ਵਿਦਿਆ ਆ ਗਈ ਤਾਂ ਫਿਰ ਉੱਥੇ ਸੰਗੀਤ ਵਿਦਿਆ ਪੜ੍ਹਾਈ ਜਾਣ ਲੱਗ ਪਈ। ਉਸੇ ਤਰ੍ਹਾਂ ਹੀ ਜਿਹੜੀ ਗੁਰਮਤਿ ਸੰਗੀਤ ਜਾਂ ਸ਼ਬਦ ਕੀਰਤਨ ਦੀ ਵਿਦਿਆ ਹੈ, ਪਹਿਲਾਂ ਗੁਰਦੁਆਰਿਆਂ ਦਾ ਇੱਕ ਅਨਿੱਖੜ ਅੰਗ ਤਾਂ ਹੈ ਹੀ ਹੈ, ਤਾਂ ਉੱਥੇ ਗੁਰਦੁਆਰਿਆਂ ਵਿੱਚ ਜਿਵੇਂ ਪਹਿਲਾਂ ਗੁਰਮੁਖੀ ਸਿਖਾਈ ਜਾਂਦੀ ਸੀ ਔਰ ਉਸੇ ਤਰ੍ਹਾਂ ਹੀ ਕੀਰਤਨ ਔਰ ਗੁਰਮਤਿ ਦੀ ਵਿਦਿਆ ਵੀ ਦਿੱਤੀ ਜਾਂਦੀ ਸੀ। ਬਾਅਦ ਵਿੱਚ ਉਹ ਗੁਰਮੁਖੀ ਪੰਜਾਬੀ ਦੀ ਟੀਚਿੰਗ ਜਿਹੜੀ ਹੈ ਗੁਰਮੁਖੀ ਦੀ ਸਕੂਲਾਂ ਵਿੱਚ ਪੜ੍ਹਾਈ ਜਾਣ ਲੱਗ ਪਈ ਔਰ ਫਿਰ ਕਾਲਜਸ ਵਿੱਚ ਔਰ ਯੂਨੀਵਰਸਿਟੀ ਤੱਕ ਉਹ ਸਬਜੈਕਟ ਹੋ ਗਿਆ। ਉਹ ਉਸੇ ਪੈਟਰਨ ਦੇ ਉੱਤੇ ਸਾਡਾ ਜਿਹੜਾ ਗੁਰਮਤਿ ਸੰਗੀਤ ਹੈ, ਉਹ ਸ਼ਬਦ ਕੀਰਤਨ ਦੀ ਜਿਹੜੀ ਵਿਦਿਆ ਹੈ, ਸ਼ਬਦ ਕੀਰਤਨ ਗੁਰਦੁਆਰਿਆਂ ਦੇ ਵਿੱਚ ਜਦੋਂ ਅਸੀਂ ਕੀਰਤਨ ਕਰਦੇ ਹਾਂ ਤਾਂ ਉਹ ਪ੍ਰੈਕਟਿਸ ਵੱਖਰੀ ਹੈ ਔਰ ਉਹਦੇ ਨਾਲ ਉਸ ਨੂੰ ਇੱਕ ਆਰਟ ਵਜੋਂ ਐਜ਼ ਸਪਿਰਿਚੁਅਲ ਕਮਿਊਨੀਕੇਸ਼ਨ ਦੇ ਇੱਕ ਆਰਟ ਦੇ ਤੌਰ 'ਤੇ ਸ਼ਬਦ ਕੀਰਤਨ ਨੂੰ ਜਦੋਂ ਅਸੀਂ ਲੈਂਦੇ ਹਾਂ, ਇੱਕ ਵਿਦਿਆ ਦੇ ਤੌਰ 'ਤੇ ਲੈਂਦੇ ਹਾਂ, ਤਾਂ ਅਸੀਂ ਉਸ ਨੂੰ ਇੱਕ ਸੰਗੀਤ ਦੀ ਵਿਦਿਆ ਦੇ ਤੌਰ 'ਤੇ
ਇੱਕ ਰੂਹਾਨੀ ਸੰਗੀਤ ਦੀ ਵਿੱਦਿਆ ਦੇ ਤੌਰ ਤੇ, ਅਕਾਦਮਿਕ ਤੌਰ ਤੇ ਸਿੱਖਣਾ ਸਿਖਾਉਣਾ ਸ਼ੁਰੂ ਕੀਤਾ। ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਜੀ ਉਹ ਗੁਰੂ ਸ਼ਿਸ਼ ਪਰੰਪਰਾ ਵਾਲੀ ਤਿੜਕ ਵਾਲੀ, ਉਹ ਗੁਰੂ ਸ਼ਿਸ਼ ਪਰੰਪਰਾ ਅਜੇ ਵੀ ਉਸ ਤਰ੍ਹਾਂ ਚੱਲੀ ਜਾ ਰਹੀ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਪਿਆ। ਇਹ ਠੀਕ ਹੈ ਕਿ ਜਿਹੜਾ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਸਿੱਖਣ ਸਿਖਾਉਣ ਦਾ ਜਿਹੜਾ ਤਰੀਕਾ ਹੈ ਉਹ ਵੱਖਰਾ ਹੁੰਦਾ ਹੈ, ਪਰ ਉਹ ਸਾਰਿਆਂ ਲਈ ਸਾਂਝਾ ਹੁੰਦਾ ਜੀ। ਬਿਲਕੁਲ। ਉਹ ਇਹ ਨਹੀਂ ਹੁੰਦਾ ਕਿ ਇੱਕ ਗੁਰੂ ਇੱਕ ਸ਼ਿਸ਼ ਨੂੰ ਲੈ ਕੇ ਬੈਠਾ, ਗੁਰੂ ਨੇ ਸ਼ਿਸ਼ ਚੁਣ ਲਿਆ ਤੇ ਸ਼ਿਸ਼ ਨੇ ਗੁਰੂ ਚੁਣ ਲਿਆ ਤੇ ਉਹ ਆਪਸ ਵਿੱਚ ਇੱਕ ਦੂਜੇ ਨੂੰ ਸਿਖਾਏਗੇ ਤੇ ਬਾਕੀ ਜਿਹੜੇ ਜਨਤਾ ਹੈ ਜਿਹੜੀ ਸਿੱਖਣਾ ਚਾਹੁੰਦੀ ਹੈ ਜਾਂ ਲੋਕ ਸਿੱਖਣਾ ਚਾਹੁੰਦੇ ਨੇ ਜਾਂ ਆਮ ਜਨ ਸਧਾਰਨ ਸਿੱਖਣਾ ਚਾਹੁੰਦਾ ਹੈ, ਉਹ ਉਸ ਤੋਂ ਵਾਂਝਾ ਰਹੇ। ਹਰ ਇੱਕ ਨੂੰ ਮੌਕਾ ਮਿਲ ਰਿਹਾ। ਹਾਂ, ਅਕਾਦਮਿਕ ਤੌਰ ਤੇ ਹਰ ਇੱਕ ਨੂੰ ਮੌਕਾ ਮਿਲਦਾ ਹੈ ਔਰ ਅਧਿਆਪਕ ਦਾ ਫਰਜ਼ ਹੁੰਦਾ ਹੈ ਕਿ ਉਹ ਹਰ ਕਿਸਮ ਦੇ, ਹਰ ਪੱਧਰ ਦੇ, ਹਰ ਸਤਰ ਦੇ ਵਿਦਿਆਰਥੀ ਨੂੰ ਉਹ ਸਿਖਾਉਂਦਾ ਹੈ ਔਰ ਤਾਂ ਕਿ ਇਸ ਵਿੱਦਿਆ ਦਾ ਅੱਗੇ ਸੰਚਾਰ ਹੋਵੇ, ਪ੍ਰਸਾਰ ਹੋਵੇ, ਪਸਾਰ ਹੋਵੇ। ਤਾਂ ਅਕਾਦਮਿਕ ਤੌਰ ਤੇ ਕਰਨ ਨਾਲ ਇਸ ਦਾ ਜ਼ਿਆਦਾ ਪ੍ਰਚਾਰ ਪ੍ਰਸਾਰ ਹੋਇਆ। ਔਰ ਹੁਣ ਤੁਸੀਂ ਵੀ ਵੇਖਦੇ ਹੋ, ਤੁਸੀਂ ਵੀ ਸਾਡੇ ਵਿਦਿਆਰਥੀ ਹੋ, ਤੁਹਾਡੇ ਵਰਗੇ ਅਨੇਕਾਂ ਵਿਦਿਆਰਥੀ, ਅਨੇਕ ਵਿਦਿਆਰਥੀ ਜਿਹੜੇ ਗੁਰਮਤਿ ਸੰਗੀਤ ਦੇ ਵਿੱਚ ਆਏ, ਜਿਹੜੇ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਅਸੀਂ ਯੂਨੀਵਰਸਿਟੀ ਪੱਧਰ ਉੱਤੇ ਜਾਂ ਐਡੇ ਵੱਡੇ ਟੀਚਰਸ ਦੇ ਕੋਲੋਂ ਅਸੀਂ ਸਿੱਖ ਸਕਾਂਗੇ, ਉਹਨਾਂ ਦੀ ਨੇੜਤਾ ਮਾਣ ਸਕਾਂਗੇ ਜਾਂ ਅਸੀਂ ਉਹਨਾਂ ਤੋਂ ਸਿੱਖ ਕੇ ਅਗਾਂਹ ਜਾ ਸਕਾਂਗੇ। ਹੁਣ ਕਿੰਨੇ ਹੀ ਵਿਦਿਆਰਥੀ ਇਸ ਫੀਲਡ ਦੇ ਵਿੱਚ ਕੀਰਤਨ ਕਰ ਰਹੇ ਨੇ, ਦੇਸ਼ ਵਿਦੇਸ਼ ਵਿੱਚ ਆਪਣਾ ਨਾਮ ਖੱਟ ਰਹੇ ਨੇ, ਰੁਜ਼ਗਾਰ ਤਾਂ ਹੈ ਹੀ ਔਰ ਸੈਟਲ ਹੋਏ ਨੇ। ਕਿੰਨੇ ਚੈਨਲ ਦੇ ਵਿੱਚ ਹੀ ਸਾਡੇ ਵਿਦਿਆਰਥੀ ਜਿਹੜੇ ਨੇ ਉਹ ਬੜੇ ਅੱਛੇ ਐਂਕਰ ਨੇ ਔਰ ਬਹੁਤ ਵਧੀਆ ਕੰਮ ਕਰ ਰਹੇ ਨੇ। ਉਹ ਗੁਰਮਤਿ ਸੰਗੀਤ ਦੀ ਬਦੌਲਤ ਹੈ। ਕੋਈ ਮਿਊਜ਼ਿਕ ਦੇ ਰਿਹਾ ਹੈ, ਕੋਈ ਸਟੂਡੀਓ 'ਚ ਕੰਮ ਕਰ ਰਿਹਾ ਹੈ, ਕੋਈ ਸਕੂਲਾਂ 'ਚ ਸਿਖਾ ਰਿਹਾ ਹੈ, ਕੋਈ ਕਾਲਜਸ ਦੇ ਵਿੱਚ ਸਿਖਾ ਰਿਹਾ ਹੈ ਔਰ ਕੋਈ ਜਿਹੜਾ ਹੈ ਸੰਗੀਤਕਾਰ ਦੇ ਤੌਰ ਤੇ ਕੋਈ ਕਾਮਯਾਬ ਹੋ ਰਿਹਾ ਔਰ ਕੋਈ ਦਰਬਾਰ ਸਾਹਿਬ ਦੇ ਵਿੱਚ ਬੈਠਾ ਕੀਰਤਨ ਕਰ ਰਿਹਾ ਔਰ ਇੱਥੋਂ ਤੱਕ ਇੱਕ ਵਾਈਟ ਹਾਊਸ ਤੱਕ ਲੋਕੀ ਕੀਰਤਨ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਕਰ ਰਹੇ ਨੇ। ਇਹ ਸਾਰਾ ਜਿਹੜਾ ਪਸਾਰਾ ਹੈ ਉਹ ਇਸ ਅਕਾਦਮਿਕ ਸਿਸਟਮ ਦੀ ਦੇਣ ਹੈ। ਇਹ ਠੀਕ ਹੈ ਕਿ ਉੱਥੇ ਵੀ ਅਸੀਂ ਇੱਕ ਖਾਸ ਗੁਰੂ ਸ਼ਿਸ਼ ਜਿਹੜੀ ਸਾਡੀ ਸੰਗੀਤ ਦੀ ਪਰੰਪਰਾ ਹੈ ਉਸ ਨੂੰ ਸਾਹਮਣੇ ਰੱਖ ਕੇ ਹੀ ਸਿਖਾ ਰਹੇ ਹਾਂ। ਤਾਂ ਹੀ ਰਬਾਬ ਦੀ ਪੁਨਰ ਸੁਰਜੀਤੀ ਹੋ ਸਕੀ, ਤਾਂ ਹੀ ਤੰਤੀ ਸਾਜ਼ਾਂ ਦੀ ਪੁਨਰ ਸੁਰਜੀਤੀ ਹੋ ਸਕੀ, ਤਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਰਾਗ ਨੇ ਉਹ ਮੁੜ ਕੇ ਆਮ ਗਾਏ ਜਾਣ ਲੱਗ ਪਏ। ਕੀਰਤਨ ਚੌਕੀਆਂ ਪ੍ਰਚਾਰ ਵਿੱਚ ਆ ਗਈਆਂ ਔਰ ਕਾਲਜਾਂ ਵਿੱਚ, ਸਕੂਲਾਂ ਵਿੱਚ ਔਰ ਯੂਨੀਵਰਸਿਟੀ ਵਿੱਚ ਇਹ ਸਬਜੈਕਟ ਜਿਹੜਾ ਹੈ ਇੰਟਰੋਡਿਊਸ ਹੋ ਗਿਆ। ਹੁਣ ਬਾਹਰ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਇਹ ਚੇਅਰਸ ਬਣ ਗਈਆਂ ਨੇ ਔਰ ਇਹ ਸਬਜੈਕਟ ਜਿਹੜਾ ਹੈ ਕੈਨੇਡਾ, ਅਮਰੀਕਾ ਔਰ ਹੋਰ ਜਿਹੜੀਆਂ ਯੂਨੀਵਰਸਿਟੀਜ਼ ਨੇ ਜਾਂ ਜਿਹੜੀਆਂ ਉਹਦੀਆਂ ਸੰਸਥਾਵਾਂ ਨੇ ਉਹਨਾਂ ਵਿੱਚ ਪੜ੍ਹਾਇਆ ਜਾ ਰਿਹਾ। ਬਾਹਰ ਦੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਸਕੂਲਸ ਖੋਲ੍ਹੇ ਹੋਏ ਨੇ ਸਿੱਖਾਂ ਨੇ, ਉਹਨਾਂ ਵਿੱਚ ਗੁਰਮਤਿ ਸੰਗੀਤ ਜਿਹੜਾ ਹੈ ਉਹ ਖਾਸ ਸਿਲੇਬਸਾਂ ਦੇ ਮੁਤਾਬਕ ਜਿਹੜਾ ਹੈ ਉਹ ਪੜ੍ਹਾਇਆ ਜਾ ਰਿਹਾ। ਇਹ ਸਾਰਾ ਪਸਾਰਾ ਜਿਹੜਾ ਹੈ ਉਹ ਇਸ ਅਕਾਦਮਿਕ ਤੌਰ ਤੇ ਇਸ ਦੀ ਜਿਹੜੀ ਸਥਾਪਤੀ ਹੋਈ ਹੈ ਉਸੇ ਦਾ ਹੀ ਫਲਸਰੂਪ। ਡਾਕਟਰ ਸਾਹਿਬ, ਜਿਹੜਾ ਇੰਡੀਅਨ ਸੰਗੀਤ ਦੀ ਜੇ ਆਪਾਂ ਗੱਲ ਕਰੀਏ, ਇੰਡੀਅਨ ਸੰਗੀਤ ਜਾਂ ਉਹਦੇ 'ਚ ਸਿੱਖ ਸੰਗੀਤ ਦਾ ਕਿੰਨਾ ਕੁ ਰਸੂਖ ਆ ਜਾਂ ਕਿੰਨੀ ਕੁ ਮਾਨਤਾ ਤੁਸੀਂ ਦੇਖਦੇ ਹੋ? ਪਹਿਲਾਂ ਇਹ ਨਹੀਂ ਸੀ ਜਦੋਂ ਅਸੀਂ ਗੱਲ ਗੁਰਮਤਿ ਸੰਗੀਤ ਦੀ ਸ਼ੁਰੂ ਕੀਤੀ ਸੀ ਭਾਰਤੀ ਸੰਗੀਤ ਦੇ ਵਿੱਚ। ਹੁਣ ਵੀ ਭਾਰਤੀ ਸੰਗੀਤ ਦੀਆਂ ਜਿਹੜੀਆਂ ਪੁਸਤਕਾਂ ਨੇ ਜਾਂ ਭਾਰਤੀ ਸੰਗੀਤ ਦੀਆਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਵਿੱਚ ਗੁਰਮਤਿ ਸੰਗੀਤ ਨੂੰ ਇੱਕ ਸੁਤੰਤਰ ਸੰਗੀਤ ਦੀ ਵਿੱਦਿਆ ਦੇ ਤੌਰ ਤੇ ਉਹਨਾਂ ਜ਼ਿਆਦਾ ਤਸਲੀਮ ਨਹੀਂ ਕੀਤਾ ਜਾਂਦਾ। ਠੀਕ ਹੈ, ਕਿਉਂਕਿ ਪੰਜਾਬੀ ਯੂਨੀਵਰਸਿਟੀ ਤੱਕ ਇੱਕ ਸਬਜੈਕਟ ਵਜੋਂ ਇਹ ਸੀਮਤ ਹੋ ਗਿਆ ਔਰ ਉਹ ਇਸ ਨੂੰ ਇੱਕ ਵੱਖਰੀ, ਪਰ ਕੁਝ ਸਾਡੇ ਜਿਹੜੇ ਵਿਦਿਆਰਥੀ ਨੇ ਸੰਗੀਤ ਵਿਸ਼ੇ ਵਿੱਚ ਗੁਰਮਤਿ ਸੰਗੀਤ ਉੱਤੇ ਬਹੁਤ ਕੰਮ ਕਰ ਰਹੇ ਨੇ। ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਸਾਡੇ ਕੋਲ ਕੋਈ ਨਾ ਕੋਈ ਵਿਦਿਆਰਥੀ ਆਉਂਦਾ ਹੀ ਰਹਿੰਦਾ ਕਿ ਮੈਂ ਇਸ ਵਿਸ਼ੇ ਵਿੱਚ PhD ਕਰ ਰਿਹਾ। ਪਰ ਜਿੱਥੋਂ ਤੱਕ ਭਾਰਤੀ ਸੰਗੀਤ ਦੇ ਇਤਿਹਾਸ ਦੀ ਗੱਲ ਹੈ ਜਾਂ ਭਾਰਤੀ ਸੰਗੀਤ ਦੀ ਸਟੱਡੀਜ਼ ਦੀ ਗੱਲ ਹੈ, ਉੱਥੇ ਇਹਨੂੰ ਇਨ ਕੰਪੈਰੀਜ਼ਨ ਟੂ ਇੰਡੀਅਨ ਕਲਾਸੀਕਲ ਮਿਊਜ਼ਿਕ, ਸੂਫੀ ਮਿਊਜ਼ਿਕ, ਲੋਕ ਸੰਗੀਤ, ਇਸ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਬਿਨਾਂ ਹੋਰ ਯੂਨੀਵਰਸਿਟੀਆਂ ਵਿੱਚ ਨਹੀਂ ਪੜ੍ਹਾਇਆ ਜਾ ਰਿਹਾ ਜਿਹੜਾ ਕਿ ਪੜ੍ਹਾਇਆ ਜਾਣਾ ਚਾਹੀਦਾ ਹੈ। ਪਰ ਵਿਸ਼ਵ ਪੱਧਰ ਉੱਤੇ ਇਸ ਪਾਸੇ ਬਹੁਤ ਅਸੀਂ ਧਿਆਨ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋਏ ਹਾਂ। ਪਿੱਛੇ ਜੇ ਆਕਸਫੋਰਡ ਯੂਨੀਵਰਸਿਟੀ ਨੇ ਵੀ ਜਿਹੜਾ ਹੈ ਆਕਸਫੋਰਡ ਪਬਲੀਕੇਸ਼ਨ ਵੱਲੋਂ ਸਿੱਖ ਮਿਊਜ਼ਿਕ ਉੱਤੇ ਕੰਮ ਕਰਵਾਇਆ ਸਾਡੇ ਕੋਲੋਂ, ਤਾਂ ਇਸ ਤਰ੍ਹਾਂ ਉਹ ਪਬਲੀਕੇਸ਼ਨ ਵੀ ਸਾਹਮਣੇ ਆਈ ਹੈ। ਤਾਂ ਉਹਨਾਂ ਨੇ ਵੀ ਸਾਡੀ ਇਸ ਗੱਲ ਨੂੰ ਤਸਲੀਮ ਕਰ ਲਿਆ ਕਿ ਗੁਰਮਤਿ ਸੰਗੀਤ ਦੀ ਸੁਤੰਤਰ ਹਸਤੀ ਹੈ। ਅਸੀਂ ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰਮਤਿ ਸੰਗੀਤ ਦੀ ਟਰਮੀਨੋਲੋਜੀ ਬਾਈਲਿੰਗੁਅਲ ਪ੍ਰਕਾਸ਼ਿਤ ਕੀਤੀ ਹੈ ਤਾਂ ਕਿ ਭਾਰਤੀ ਸੰਗੀਤ ਦੀ ਤੁਲਨਾ ਦੇ ਵਿੱਚ ਇਹਦੀ ਆਪਣੀ ਟਰਮੀਨੋਲੋਜੀ ਕਿਹੜੀ ਹੈ ਉਹ ਲੋਕਾਂ ਨੂੰ ਸਮਝ ਆ ਸਕੇ, ਆਮ ਰੀਡਰ ਨੂੰ ਔਰ ਵਿਦਿਆਰਥੀਆਂ ਨੂੰ ਸਮਝ ਆ ਸਕੇ। ਇਹ ਗੱਲ ਉਧਰ ਨੂੰ ਚੱਲੀ ਔਰ ਹੋਰ ਜਿਹੜੇ ਵਿਭਾਗ ਨੇ ਪਹਿਲਾਂ ਤਾਂ ਉਹ ਜਾਣਦੇ ਹੀ ਨਹੀਂ ਸੀ ਕਿ ਗੁਰਮਤਿ ਸੰਗੀਤ ਵੀ ਵੱਖਰੀ ਵਿੱਦਿਆ ਜਾਂ ਇਹਦਾ ਵੱਖਰਾ ਇੱਕ ਥਿਓਰੈਟੀਕਲ ਪਰਸਪੈਕਟਿਵ ਹੋ ਸਕਦਾ ਜਾਂ ਪ੍ਰੈਕਟੀਕਲ ਹੋ ਸਕਦਾ। ਜਦੋਂ ਹੁਣ ਉਹਨਾਂ ਨੂੰ ਦੱਸੀਦਾ
ਤਾਂ ਉਹ ਇਸ ਪਾਸੇ ਆਕਰਸ਼ਿਤ ਵੀ ਹੋ ਰਹੇ ਨੇ। ਔਰ ਇਹਦੀਆਂ ਪਰਫਾਰਮੈਂਸਿਸ ਜਿਹੜੀਆਂ ਨੇ ਗੁਰੂ ਘਰ ਤੱਕ ਸੀਮਤ ਨੇ। ਔਰ ਜਿਹੜੇ ਸਾਡੇ ਸੰਗੀਤ ਦੇ ਵਿਭਾਗ ਨੇ ਜਾਂ ਦੂਸਰੇ ਨੇ, ਉਹ ਇਸ ਨੂੰ ਰਵਿੰਦਰਾ ਸੰਗੀਤ ਵਾਂਗੂ ਜਾਂ ਹਵੇਲੀ ਸੰਗੀਤ ਵਾਂਗੂ ਇੱਕ ਪਰੰਪਰਾ ਦੇ ਤੌਰ ਤੇ ਆਪਣੇ ਵਿਦਿਆਰਥੀਆਂ ਨੂੰ ਨਹੀਂ ਸਿਖਾ ਰਹੇ, ਜਿਹੜਾ ਕਿ ਉਹਨਾਂ ਨੂੰ ਸਿਖਾਉਣਾ ਚਾਹੀਦਾ। ਔਰ ਪੰਜਾਬ ਦੇ ਜਿਹੜੇ ਸਾਡੇ ਸੰਗੀਤ ਵਿਭਾਗ ਨੇ ਜਾਂ ਸੰਗੀਤ ਦੇ ਲੋਕ ਨੇ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਉਹ ਜ਼ਰੂਰ ਇੰਟਰੋਡਿਊਸ ਕਰਨ ਕਲਾਸੀਕਲ ਦੇ ਵਿੱਚ। ਜਿਵੇਂ ਪੰਜਾਬੀ ਦੀਆਂ ਬੰਦਸ਼ਾਂ ਨੇ ਸਾਡੀਆਂ, ਜਾਂ ਪੰਜਾਬ ਦੇ ਸਾਡੇ ਰਾਗ ਨੇ, ਜਾਂ ਗੁਰੂ ਗ੍ਰੰਥ ਸਾਹਿਬ ਦੇ ਰਾਗ ਨੇ, ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਸ਼ੈਲੀਆਂ ਨੇ। ਤਾਂ ਇਹਦੇ ਨਾਲ ਕੀ ਹੋਏਗਾ ਕਿ ਅਗਰ ਪੰਜਾਬ ਦੇ ਲੋਕ ਪੰਜਾਬ ਦੀ ਸੰਗੀਤ ਪਰੰਪਰਾ ਦੀ ਗੱਲ ਨਹੀਂ ਕਰਨਗੇ, ਚਾਹੇ ਪੰਜਾਬ ਦਾ ਗੁਰਮਤਿ ਸੰਗੀਤ ਹੋਵੇ, ਚਾਹੇ ਪੰਜਾਬ ਦਾ ਸੂਫੀ ਸੰਗੀਤ ਹੋਵੇ, ਚਾਹੇ ਪੰਜਾਬ ਦਾ ਲੋਕ ਸੰਗੀਤ ਹੋਵੇ, ਤਾਂ ਉਹ ਬੰਗਾਲ ਵਾਲੇ ਜਾਂ ਦੂਸਰੇ ਬੰਦਿਆਂ ਦਾ ਫਰਜ਼ ਥੋੜ੍ਹਾ ਬਣਦਾ। ਸਾਡਾ ਜ਼ਿਆਦਾ ਫਰਜ਼ ਬਣਦਾ ਕਿ ਅਸੀਂ ਆਪਣੇ ਇਹ ਸੱਭਿਆਚਾਰਕ ਸੰਗੀਤ ਨੂੰ ਅਕਾਦਮਿਕ ਤੌਰ 'ਤੇ ਵੀ, ਤੇ ਆਪਣੇ ਸੰਗੀਤ ਵਿੱਦਿਆ ਦੇ ਵਿੱਚ ਵੀ, ਸੰਗੀਤ ਵਿਸ਼ੇ ਵਿੱਚ ਵੀ ਅਸੀਂ ਇਸ ਨੂੰ ਪੜ੍ਹਾਈਏ, ਸਿਖਾਈਏ, ਲਿਖੀਏ, ਲਿਖਾਈਏ, ਔਰ ਸਾਰੀ ਦੇਸ਼ ਤੇ ਵਿਦੇਸ਼ ਦੇ ਵਿੱਚ ਇਹਨੂੰ ਪ੍ਰਚਾਰ ਵਿੱਚ ਲਿਆਂਦੀ। ਇਸੇ ਕਰਕੇ ਅਸੀਂ ਲੱਗੇ ਹੋਏ ਹਾਂ ਕਿ ਅਸੀਂ ਸਾਰੀ ਦੁਨੀਆ ਨੂੰ ਦੱਸ ਸਕੀਏ। ਅਸੀਂ ਤਾਂ ਹੁਣ ਇਸ ਪਾਸੇ ਲੱਗੇ ਹਾਂ ਕਿ ਵਰਲਡ ਮਿਊਜ਼ਿਕ ਦੇ ਵਿੱਚ, ਕਿਉਂਕਿ ਇਹ ਇਕੱਲਾ ਭਾਰਤੀ ਸੰਗੀਤ ਭਾਰਤ ਤੱਕ ਨਹੀਂ ਸੀਮਤ ਰਿਹਾ, ਇਹ ਸਾਰੇ ਏਸ਼ੀਅਨ ਮਿਊਜ਼ਿਕ ਦੇ ਵਿੱਚ ਵੀ ਇਸ ਦਾ, ਸਾਊਥ ਏਸ਼ੀਅਨ ਮਿਊਜ਼ਿਕ ਦੇ ਵਿੱਚ ਵੀ ਇਸ ਦਾ ਬੜਾ ਵੱਡਾ ਯੋਗਦਾਨ ਹੈ। ਔਰ ਫਿਰ ਵਰਲਡ ਮਿਊਜ਼ਿਕ ਦੇ ਵਿੱਚ, ਕਿਉਂਕਿ ਜਿਹੜੇ ਸਿੱਖ ਨੇ, ਪੰਜਾਬੀ ਨੇ, ਉਹ ਸਾਰੀ ਦੁਨੀਆ ਵਿੱਚ ਹੁਣ ਫੈਲ ਚੁੱਕੇ ਨੇ। ਉਹ ਜਿੱਥੇ ਵੀ ਜਾਂਦੇ ਨੇ ਆਪਣਾ ਕਲਚਰ ਨਾਲ ਲੈ ਕੇ ਗਏ, ਔਰ ਉੱਥੇ ਉਹ ਜਾ ਕੇ ਸੰਗੀਤ ਕਰਦੇ ਨੇ। ਗੁਰਮਤਿ ਸੰਗੀਤ ਸਾਰੇ ਪਾਸੇ ਹੋ ਰਿਹਾ, ਔਰ ਉਹਨੂੰ ਸਾਰੇ ਲੋਕੀ ਸੁਣਦੇ ਨੇ, ਔਰ ਸਾਰੇ ਇਸ ਗੱਲੋਂ ਹੈਰਾਨ ਨੇ ਕਿ ਇਹ ਇੰਨਾ ਮਿਊਜ਼ੀਕਲ ਰਿਲੀਜਨ ਹੈ, ਇਹਨਾਂ ਦਾ ਸੰਗੀਤ ਤੋਂ ਬਿਨਾਂ ਕੋਈ ਕਾਰ ਵਿਹਾਰ ਹੀ ਨਹੀਂ ਹੁੰਦਾ। ਬਿਲਕੁਲ, ਕਿਉਂਕਿ ਸਿੱਖ ਧਰਮ ਦੇ ਵਿੱਚ ਜਿੰਨਾ ਵੀ ਸਾਡੀ ਸਿੱਖ ਮਰਿਆਦਾ ਹੈ, ਉਹਦੇ ਵਿੱਚ ਸ਼ਬਦ ਕੀਰਤਨ ਦਾ ਇੱਕ ਬੜਾ ਪ੍ਰੋਮੀਨੈਂਟ ਹਿੱਸਾ ਹੈ। ਤਾਂ ਉਹ ਇੱਕ ਮਿਊਜ਼ਿਕ ਦਾ ਵੀ ਗੁਰੂ ਨੇ ਸਾਨੂੰ ਸ਼ਬਦ ਤੇ ਸੰਗੀਤ ਨਾਲ ਨਿਵਾਜਿਆ। ਤਾਂ ਇਸ ਕਰਕੇ ਹੁਣ ਇਹ ਵਰਲਡ ਮਿਊਜ਼ਿਕ ਦੇ ਵਿੱਚ ਅਸੀਂ ਸਥਾਨ ਆਪਣਾ ਲੱਭ ਰਹੇ ਹਾਂ, ਤਲਾਸ਼ ਰਹੇ ਹਾਂ, ਔਰ ਵੱਖ-ਵੱਖ ਥਾਵਾਂ 'ਤੇ ਜਾ ਕੇ ਪਰਫਾਰਮੈਂਸ ਅਸੀਂ ਦੇ ਰਹੇ ਹਾਂ। ਪਿੱਛੇ ਜੇ ਅਸੀਂ ਇੱਕ ਰਾਗਨਾਥ ਜਰਨੀ ਨਾਮ ਦੀ ਇੱਕ ਕਿਤਾਬ ਹੈ, ਉਹ ਅਸੀਂ ਲੀਨਾ ਸਿੰਘ ਹੋਰਾਂ ਨੇ ਔਰ ਮੈਂ ਅਸੀਂ ਤਿਆਰ ਕੀਤੀ। ਉਹਦੇ 'ਚ ਵੈਸਟਰਨ ਲਿਪੀ ਹੈ ਔਰ ਇੰਡੀਅਨ ਲਿਪੀ ਹੈ। ਉਹਦੇ ਵਿੱਚ ਇੱਕ ਸਿੰਫਨੀ ਅਸੀਂ ਤਿਆਰ ਕੀਤੀ ਹੈ 31 ਰਾਗਾਂ ਦੀ, ਸਿਰੀ ਰਾਗ ਤੋਂ ਲੈ ਕੇ ਜੈਜੈਵੰਤੀ ਤੱਕ 31 ਰਾਗ ਇੱਕੋ ਸੀਰੀਅਲ ਵਾਈਜ਼ ਸੀਰੀਏਟਮ ਦੇ ਵਿੱਚ ਅਸੀਂ ਉਹਦਾ ਵਾਦਨ ਕੀਤਾ। ਅਸੀਂ ਨਹੀਂ ਕੀਤਾ, ਸਾਡੇ ਬੱਚਿਆਂ ਨੇ ਕੀਤਾ, ਉਹ ਵੀ ਕੈਲੀਫੋਰਨੀਆ ਦੇ ਬੱਚੇ ਨੇ। ਉਹਨਾਂ ਨੂੰ ਸਿਖਾਉਣ ਦੇ ਲਈ ਅਸੀਂ ਧੁਨ ਬਣਾਈ ਸੀ, ਔਰ ਉਸ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਸ ਨੂੰ ਤਲਵੰਡੀ ਸਾਬੋ ਵਿਖੇ ਰਿਲੀਜ਼ ਕੀਤਾ, ਔਰ ਉਹ ਅੰਗਰੇਜ਼ੀ ਦੇ ਵਿੱਚ ਉਹ ਕਿਤਾਬ ਛਪੀ ਹੈ, ਤਾਂ ਕਿ ਬਾਹਰਲੇ ਜਿਹੜੇ ਸਾਡੀ ਡਿਪਾਰਟਮੈਂਟ ਨੇ, ਜਾਂ ਬਾਹਰ ਦੇ ਜਿਹੜੇ ਵੈਸਟ ਦੇ ਵਿੱਚ ਸਾਡੇ ਮਿਊਜ਼ਿਕ ਡਿਪਾਰਟਮੈਂਟ ਨੇ, ਜਾਂ ਵੈਸਟ ਦੇ ਜਿਹੜੇ ਮਿਊਜ਼ੀਸ਼ੀਅਨਸ ਨੇ, ਕਿਉਂਕਿ ਉੱਧਰ ਸਾਡੇ ਜਿਹੜੇ ਬੱਚੇ ਨੇ ਸਕੂਲਾਂ ਦੇ ਵਿੱਚ ਵੈਸਟਰਨ ਮਿਊਜ਼ਿਕ ਸਿੱਖ ਰਹੇ ਨੇ, ਤਾਂ ਉਹਨਾਂ ਨੂੰ ਵੈਸਟਰਨ ਲਿਪੀ ਜ਼ਿਆਦਾ ਸਮਝ ਆਉਂਦੀ ਹੈ, ਜਿਹੜੀ ਨੋਟੇਸ਼ਨ ਦਾ ਸਿਸਟਮ ਹੈ, ਤਾਂ ਉਹ ਇਹਨੂੰ ਸਿੱਖ ਸਕਣ, ਆਪਣੇ ਸਾਜ਼ਾਂ 'ਤੇ ਵਜਾ ਸਕਣ। ਔਰ ਹੋਰ ਜਿਹੜੇ ਐਥਨੋ ਮਿਊਜ਼ਿਕੋਲੋਜੀ ਦੇ ਡਿਪਾਰਟਮੈਂਟਸ ਨੇ, ਉਹਨਾਂ ਵਿੱਚ ਜਿਹੜੇ 31 ਰਾਗ ਨੇ ਗੁਰੂ ਨਾਨਕ ਪਾਤਸ਼ਾਹ ਦੁਆਰਾ ਪ੍ਰਦਾਨ ਕੀਤੇ ਹੋਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨ ਦੁਆਰਾ ਪ੍ਰਦਾਨ ਕੀਤੇ, ਉਹ ਵਜਾ ਸਕਣ ਔਰ ਜਾਣ ਸਕਣ ਕਿ ਇਹ ਸਿੱਖਾਂ ਦੇ ਰਾਗ ਨੇ, ਇਹ ਸਿੱਖ ਮੈਲੋਡੀਜ਼ ਨੇ, ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਗ੍ਰਹਿਣ ਕਰ ਸਕਦੇ ਹਾਂ। ਤਾਂ ਇਹ ਇੱਕ ਐਸੇ ਐਫਰਟ ਅਸੀਂ ਕਰ ਰਹੇ ਹਾਂ ਤਾਂ ਕਿ ਵਿਸ਼ਵ ਪੱਧਰ ਦੇ ਉੱਤੇ, ਗਲੋਬਲ ਪੱਧਰ ਦੇ ਉੱਤੇ ਸਿੱਖ ਗੁਰਮਤਿ ਸੰਗੀਤ ਔਰ ਸਿੱਖ ਮਿਊਜ਼ਿਕ ਦੀ ਪਛਾਣ ਜਿਹੜੀ ਹੈ ਹੋ ਸਕੇ। ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਕੀਰਤਨ ਨੂੰ ਜੇ ਵੱਡੇ ਲੈਵਲ 'ਤੇ ਦੇਖਦੇ ਹਾਂ ਤਾਂ ਕਹਿ ਦਿੰਦੇ ਨੇ ਵੀ ਇਹ ਰਾਗਾਂ ਦਾ ਕੀਰਤਨ ਆ, ਜਾਂ ਇਹਨੂੰ ਕਹਿ ਦਿੰਦੇ ਆ ਵੀ ਇਹ ਲਾਈਟ ਸੰਗੀਤ ਆ, ਜਾਂ ਇਹ ਧਾਰਨਾ, ਇਹਨਾਂ 'ਚ ਕਿੰਨਾ ਕੁ ਫਰਕ ਆ? ਦੇਖੋ, ਆਮ ਕਰਕੇ ਜਿਹੜਾ ਗੁਰਮਤਿ ਸੰਗੀਤ ਹੈ, ਇਸ ਨੂੰ ਪਹਿਲਾਂ ਕਿਹਾ ਜਾਂਦਾ ਹੁੰਦਾ ਸੀ ਕਿ ਇਹ ਪੱਕੇ ਰਾਗਾਂ 'ਚ ਗਾਉਂਦੇ ਨੇ, ਇਹ ਲਾਈਟ ਗਾਉਂਦੇ ਨੇ, ਇਹੋ ਜਿਹੀ ਧਾਰਨਾ ਸੀ। ਹੁਣ ਉਹ ਥੋੜ੍ਹੀ ਜਿਹੀ ਮਿੱਥ ਟੁੱਟ ਚੁੱਕੇ, ਕਿਉਂਕਿ ਪਹਿਲਾਂ ਜਿਹੜਾ ਕੀਰਤਨ ਸੀ, ਕੁਝ ਕੀਰਤਨੀਏ ਭਾਰਤੀ ਸੰਗੀਤ ਦੇ ਖਿਆਲ ਗਾਇਕੀ ਜਾਂ ਤਾਨ ਪਲਟਾ ਪ੍ਰਧਾਨ ਉਹ ਕਰ ਦਿੰਦੇ ਸੀ, ਔਰ ਸ਼ਬਦ ਪ੍ਰਧਾਨ ਗਾਇਕੀ ਨਹੀਂ ਸੀ ਗਾਉਂਦੇ। ਵਰਤਮਾਨ ਸਮੇਂ ਜੋ ਗੁਰਮਤਿ ਸੰਗੀਤ ਦਾ ਪ੍ਰਚਾਰ ਹੋ ਰਿਹਾ, ਉਹ ਰਾਗ ਤੇ ਆਧਾਰਿਤ ਹੈ, ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਤੇ ਆਧਾਰਿਤ ਹੈ, ਔਰ ਸ਼ਬਦ ਪ੍ਰਧਾਨ ਗਾਇਕੀ ਜਿਹੜੇ ਬਹੁਤ ਸਾਰੇ ਕੀਰਤਨੀਏ ਸਾਡੇ ਹੁਣ ਕਰ ਰਹੇ ਨੇ। ਹੁਣ ਉਹ ਗੱਲ ਨਹੀਂ ਰਹੀ ਕਿ ਇਹ ਵਸੇਗਾ ਨਹੀਂ ਜਾਂ ਸੰਗਤ ਸੁਣੇਗੀ ਨਹੀਂ। ਸੰਗਤ ਬਹੁਤ ਪਿਆਰ ਦੇ ਰਹੀ ਹੈ, ਦੇਸ਼ ਵਿੱਚ ਵਿਦੇਸ਼ ਵਿੱਚ, ਹਰ ਥਾਂ ਤੇ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਜਿੱਥੇ ਵੀ ਕੀਰਤਨ ਦਰਬਾਰ ਹੁੰਦਾ, ਸੰਗਤ ਸੁਣਦੀ ਹੈ, ਬਸ਼ਰਤੇ ਕਿ ਉਹ ਗੁਰਮਤਿ ਸੰਗੀਤ ਦੇ ਸਿਧਾਂਤ ਅਨੁਸਾਰ ਕੀਰਤਨ ਹੋਵੇ। ਹੁਣ ਅਗਰ ਅਸੀਂ ਉਸ ਨੂੰ ਰਾਗ ਪ੍ਰਦਾਨ ਕਰ ਦਿਆਂਗੇ ਤੇ ਫਿਰ ਗੁਰਮਤਿ ਸੰਗੀਤ ਦੇ ਉਦੇਸ਼ ਤੋਂ ਅਸੀਂ ਪਰੇ ਚਲੇ ਜਾਵਾਂਗੇ,
ਕੇਵਲ ਰਾਗ ਪ੍ਰਧਾਨ ਕੀਰਤਨ ਨਹੀਂ ਹੋਣਾ ਚਾਹੀਦਾ, ਸ਼ਬਦ ਪ੍ਰਧਾਨ ਕੀਰਤਨ ਹੋਵੇ, ਰਾਗ ਤੇ ਆਧਾਰਿਤ ਹੋਵੇ। ਔਰ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮਤਿ ਸੰਗੀਤ ਦੇ ਸਿਧਾਂਤ ਗੁਰੂ ਪਾਤਸ਼ਾਹ ਨੇ ਆਪ ਦਿੱਤੇ ਨੇ, ਔਰ ਜੋ ਸਿੱਖ ਰਹਿਤ ਮਰਿਆਦਾ ਸਥਾਪਿਤ ਕੀਤੀ ਹੈ ਸਾਡੇ ਵੱਡਿਆਂ ਨੇ, ਸਾਡੇ ਵਿਦਵਾਨਾਂ ਨੇ ਔਰ ਸਾਡੀਆਂ ਸਿੱਖ ਸੰਸਥਾਵਾਂ ਨੇ, ਉਸ ਨੂੰ ਫਾਲੋ ਕਰਦਿਆਂ ਹੋਇਆਂ ਸਾਨੂੰ ਇਹ ਕੀਰਤਨ ਕਰਨਾ ਚਾਹੀਦਾ। ਸਾਨੂੰ ਪ੍ਰਭਾਵ ਨਹੀਂ ਲੈਣਾ ਚਾਹੀਦਾ ਭਾਰਤੀ ਸੰਗੀਤ ਦਾ ਜਾਂ ਹੋਰ ਕਿਸੇ ਸੁਗਮ ਸੰਗੀਤ ਪਰੰਪਰਾ ਦਾ ਜਾਂ ਗਜ਼ਲ ਦਾ ਜਾਂ ਗੀਤ ਦਾ। ਸਾਨੂੰ ਸ਼ਬਦ ਕੀਰਤਨ ਅੰਗ ਤੋਂ ਜੋ ਸਾਡੇ ਕੀਰਤਨੀਏ ਵੱਡੇ ਕੀਰਤਨ ਕਰਦੇ ਆ ਰਹੇ ਨੇ ਉਹਨਾਂ ਦੀ ਪੈੜ ਵਿੱਚ ਪੈੜ ਰੱਖ ਕੇ ਉਸ ਸ਼ਬਦ ਕੀਰਤਨ ਗਾਇਕੀ ਵਿੱਚ ਸਾਨੂੰ ਕੀਰਤਨ ਕਰਨਾ ਚਾਹੀਦਾ, ਤਾਂ ਕਿ ਇਸ ਦੀ ਵੱਖਰੀ ਪਛਾਣ ਵੀ ਬਣੇ ਔਰ ਉਸ ਅੰਗ ਤੋਂ ਕੀਰਤਨ ਕਰਕੇ ਅਸੀਂ ਇਸ ਨੂੰ ਦੂਸਰਿਆਂ ਨਾਲੋਂ ਵਖਰਿਆ ਵੀ ਦਈਏ, ਉਹਨਾਂ ਦੀ ਤੁਲਨਾ ਵਿੱਚ ਇਸ ਨੂੰ ਵਡਿਆ ਵੀ ਦਈਏ ਔਰ ਆਉਣ ਵਾਲੀ ਜਨਰੇਸ਼ਨ ਦੀ ਝੋਲੀ ਵਿੱਚ ਵੀ ਪਾ ਦਈਏ। ਪਰ ਜਿਹੜੇ ਕੰਪੋਜੀਸ਼ਨ ਦੇ ਹਿਸਾਬ ਨਾਲ ਕੀਰਤਨ ਕਰਦੇ ਨੇ, ਚਾਹੇ ਉਹ ਗਜ਼ਲ ਦੇ ਕੰਪੋਜੀਸ਼ਨ ਲੈ ਲੈਂਦੇ ਨੇ ਜਾਂ ਉਹ ਧਾਰਨਾ ਗਾਉਂਦੇ ਨੇ, ਗੁਰਮਤਿ ਸੰਗੀਤ ਕਬੂਲ ਕਰਦਾ ਇਸ ਚੀਜ਼ ਨੂੰ? ਨਹੀਂ, ਗੁਰਮਤਿ ਸੰਗੀਤ ਉਸ ਨੂੰ ਨਹੀਂ। ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਗੁਰਮਤਿ ਸੰਗੀਤ ਤਾਂ ਗੁਰੂ ਮਤ ਗੁਰ ਸਿਧਾਂਤ ਦਾ ਅਨੁਸਾਰੀ ਸੰਗੀਤ ਹੈ। ਗੁਰ ਸਿਧਾਂਤ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਔਰ ਜੁਗੋ ਜੁਗੋ ਅਟਲ ਨੇ ਗੁਰੂ ਗ੍ਰੰਥ ਸਾਹਿਬ, ਔਰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਔਰ ਸਿੱਖ ਰਹਿਤ ਮਰਿਆਦਾ ਜੋ ਕੀਰਤਨ ਪਰੰਪਰਾ ਸਥਾਪਿਤ ਕੀਤੀ ਹੈ ਉਹਦੇ ਮੁਤਾਬਕ ਜਿਹੜਾ ਕੀਰਤਨ ਹੋਏਗਾ ਉਹ ਗੁਰਮਤਿ ਸੰਗੀਤ ਹੈ। ਜਿਹੜਾ ਜੇ ਹੈ ਕੋਈ ਤਾਂ ਉਹਦੇ ਮੁਤਾਬਕ ਹੈ। ਜੇ ਕੋਈ ਗਜ਼ਲ ਗੀਤ ਤੇ ਗਾਉਂਦਾ, ਗਾਣ ਨੂੰ ਤਾਂ ਉਹ ਹੁਣ ਗਾ ਹੀ ਰਹੇ ਨੇ ਔਰ ਕੀਰਤਨ ਹੋ ਹੀ ਰਿਹਾ, ਕੀਰਤਨ ਉਹਨਾਂ ਦਾ ਵਸ ਵੀ ਰਿਹਾ, ਸੰਗਤਾਂ ਵੀ ਪ੍ਰਵਾਨ ਕਰ ਰਹੀਆਂ ਨੇ। ਪਰ ਗੁਰਮਤਿ ਸੰਗੀਤ ਦੇ ਮੁਤਾਬਕ, ਗੁਰੂ ਸਿਧਾਂਤ ਦੇ ਮੁਤਾਬਕ ਕੀਰਤਨ ਜਿਹੜਾ ਹੈ ਉਹ ਹੋਣਾ ਚਾਹੀਦਾ ਔਰ ਉਹਨਾਂ ਨੂੰ ਕਰਨਾ ਵੀ ਚਾਹੀਦਾ। ਔਰ ਕੀਰਤਨੀ ਇਸ ਗੱਲ ਤੋਂ ਅਵੇਅਰ ਨੇ, ਕੀਰਤਨੀ ਇਸ ਗੱਲ ਤੋਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਰਾਗਾਤਮਕ ਕੀਰਤਨ ਵੀ ਕਰਨਾ। ਔਰ ਬਹੁਤ ਸਾਰੇ ਕੀਰਤਨੀ ਹੁਣ ਪਹਿਲਾ ਜਿਹੜਾ ਸ਼ਬਦ ਹੈ ਰਾਗ ਵਿੱਚ ਗਾਇਨ ਕਰਦੇ ਨੇ, ਠੀਕ ਹੈ। ਪਰ ਇਸੇ ਤਰ੍ਹਾਂ ਹੀ ਜਿਹੜਾ ਸੁਗਮ ਕੀਰਤਨ ਹੈ ਜਾਂ ਕੀਰਤਨ ਦਰਬਾਰ ਨੇ ਉਹ ਵੀ ਹੋ ਰਹੇ ਨੇ, ਉਹ ਵੀ ਸੰਗਤਾਂ ਕਈ ਤਾਂ ਹੁਣ ਫਿਲਮੀ ਧੁਨਾਂ ਉੱਤੇ ਵੀ ਕੀਰਤਨੀ ਜਿਹੜੇ ਨੇ ਕੀਰਤਨ ਕਰਦੇ ਨੇ ਜਾਂ ਧੁਨਾਂ ਨੂੰ ਤੋੜ ਮਰੋੜ ਕੇ ਕੀਰਤਨ ਕਰਦੇ ਨੇ। ਇਹ ਇੱਕ ਸਮੱਸਿਆ, ਇਹ ਬੜਾ ਗੰਭੀਰ ਵਿਸ਼ਾ ਹੈ। ਤੁਸੀਂ ਇਹ ਹੈ ਕਿ ਅਸੀਂ ਕੰਪੋਜੀਸ਼ਨ ਕਿਵੇਂ ਬਣਾਉਂਦੇ ਹਾਂ, ਸ਼ਬਦ ਨੂੰ, ਸ਼ਬਦ ਰਚਨਾ ਨੂੰ, ਸ਼ਬਦ ਦੀ ਕੀਰਤਨ ਦੀ ਰਚਨਾ ਕਿਵੇਂ ਬਣਾਉਣੀ ਹੈ। ਉਹ ਜਿੱਡਾ ਕੋਈ ਉਹਨਾਂ ਦਾ ਸਿੱਖਿਆ ਸਿਖਾਇਆ ਸੰਸਾਰ ਹੋਏਗਾ, ਵਿਦਿਆ ਦਾ ਹੋਏਗਾ, ਉਸ ਆਧਾਰ ਤੇ ਹੀ ਬਣਾਏਗਾ ਨਾ। ਉਸ ਨੂੰ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਹੁਣ ਤੂੰ ਇਸ ਸ੍ਰੀ ਰਾਗ ਦੇ ਵਿੱਚ ਹੀ ਇਸ ਕੰਪੋਜੀਸ਼ਨ ਨੂੰ ਬਣਾ। ਅਸੀਂ ਸ੍ਰੀ ਰਾਗ ਵਿੱਚ ਵੀ ਜਦੋਂ ਕੰਪੋਜੀਸ਼ਨ ਬਣਾਉਂਦੇ ਹਾਂ ਅਸੀਂ ਉਸ ਨੂੰ ਵੀ ਬੜੇ ਸੁਖੈਨ ਤਰੀਕੇ ਨਾਲ, ਸੁਗਮ ਤਰੀਕੇ ਨਾਲ ਗਾਉਂਦੇ ਹਾਂ, ਕਿਉਂਕਿ ਜਿੰਨਾ ਕਿਸੇ ਦਾ ਜ਼ਿਆਦਾ ਅਭਿਆਸ ਹੋਏਗਾ, ਜ਼ਿਆਦਾ ਸਾਧਨਾ ਹੋਏਗੀ, ਉਹਨਾਂ ਉਹ ਸਹਿਜ ਨਾਲ ਗਾ ਸਕੇ। ਠੀਕ ਹੈ। ਤਾਂ ਸਹਿਜ ਨਾਲ ਗਾਣ ਦੇ ਲਈ ਜਿੰਨਾ ਕੋ ਉਹਨਾਂ ਨੇ ਸਿੱਖਿਆ ਸਿਖਾਇਆ ਹੈ ਉਸ ਆਧਾਰ ਤੇ ਉਹ ਕੀਰਤਨ ਕਰਦੇ ਨੇ ਔਰ ਬਹੁਤ ਵਧੀਆ ਕੀਰਤਨ ਕਰ ਰਹੇ। ਇੱਕ ਗੱਲ ਤੁਹਾਨੂੰ ਇਸ ਗੱਲ ਦਾ ਮਾਣ ਚਾਹੀਦਾ ਹੈ ਕਿ ਇਸ ਸਮੇਂ ਸਾਡੇ ਕੀਰਤਨੀਏ ਬਹੁਤ ਸੁਰੀਲੇ ਨੇ, ਕੀਰਤਨ ਦਾ ਬਹੁਤ ਵਿਕਾਸ ਹੋ ਚੁੱਕਾ ਹੈ। ਕੀਰਤਨੀਏ ਬੜੇ ਇਸ ਗੱਲ ਤੋਂ ਸੁਚੇਤ ਨੇ, ਬੜੀਆਂ ਅੱਛੀਆਂ ਰਿਕਾਰਡਿੰਗਸ ਹੋ ਰਹੀਆਂ ਨੇ। ਠੀਕ ਹੈ। ਇਹ ਗੱਲ ਵੱਖਰੀ ਹੈ ਕਿ ਉਹ ਗੁਰਮਤਿ ਸੰਗੀਤ ਦੇ ਮੁਤਾਬਕ ਹੈ ਜਾਂ ਨਹੀਂ, ਪਰ ਇੱਕ ਐਫਰਟ ਕੀਰਤਨ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਔਰ ਨੌਜਵਾਨ ਬਹੁਤ ਕੀਰਤਨ ਵੱਲ ਆਕਰਸ਼ਿਤ ਹੋ ਰਿਹਾ। ਬਹੁਤ ਨੌਜਵਾਨ ਜਿਹੜੇ ਨੇ ਕੀਰਤਨ ਵੱਲ ਆਕਰਸ਼ਿਤ ਹੋ ਰਹੇ ਨੇ। ਔਰ ਇਸ ਵੇਲੇ ਇੱਕ ਤੁਸੀਂ ਇਹ ਦੇਖੋ ਕਿ ਬਹੁਤ ਸਾਡੇ ਜਿਹੜੇ ਕੀਰਤਨੀਏ ਨੇ ਉਹ ਕੋਈ ਦੇਸ਼ ਚਲਾ ਗਿਆ, ਵਿਦੇਸ਼ ਚਲੇ ਗਏ ਨੇ। ਅੱਛੇ ਨਾਮੀ ਕੀਰਤਨੀਏ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਹ ਆਪੋ ਆਪਣੇ ਖੁੱਲਾ ਕੀਰਤਨ ਕਰ ਰਹੇ ਨੇ ਔਰ ਨਵੇਂ ਕੀਰਤਨੀਆਂ ਨੂੰ ਬਹੁਤ ਅਵਸਰ ਮਿਲਿਆ। ਦਰਬਾਰ ਸਾਹਿਬ 'ਚ ਤੁਸੀਂ ਨਵੇਂ ਜੱਥੇ ਕਿੰਨੇ ਨਵੇਂ ਆ ਗਏ, ਕਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਵਿੱਚ ਚੈਨਲਾਂ ਦੇ ਉੱਤੇ ਲਾਈਵ ਹੋ ਰਿਹਾ, ਕਿੰਨੇ ਚੈਨਲ ਨਵੇਂ ਬਣ ਗਏ ਨੇ। ਉਹ ਉੱਥੇ ਸਾਰੇ ਸਾਡੇ ਕੀਰਤਨੀਆਂ ਨੂੰ ਇੱਕ ਮੌਕਾ ਅਵਸਰ ਮਿਲ ਰਿਹਾ ਨਾ। ਔਰ ਉਹ ਬੜਾ ਵੱਡਾ ਸਾਡੇ ਲਈ ਕੀ ਕਹਿ ਸਕਦੇ ਹਾਂ ਕਿ ਮਾਣ ਵਾਲੀ ਗੱਲ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਕੀਰਤਨ ਵੱਲ ਜੁੜ ਰਹੀ ਹੈ। ਸੋ ਇਸ ਵੇਲੇ ਮੈਂ ਤਾਂ ਕੀਰਤਨ ਦਾ ਔਰ ਗੁਰਮਤਿ ਸੰਗੀਤ ਦਾ ਜਿਹੜਾ ਭਵਿੱਖ ਹੈ ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ। ਮੈਂ ਤਾਂ ਬਹੁਤ ਧੰਨਵਾਦੀ ਹਾਂ ਗੁਰੂ ਪਾਤਸ਼ਾਹ ਦਾ, ਸੰਗਤਾਂ ਦਾ, ਸਿੱਖ ਸੰਸਥਾਵਾਂ ਦਾ, ਕੀਰਤਨੀਆਂ ਦਾ ਕਿ ਉਹ ਸਾਨੂੰ ਇੰਨਾ ਸਹਿਯੋਗ ਦੇ ਰਹੇ ਨੇ। ਸਾਨੂੰ ਤਾਂ ਕਦੇ ਕਿਸੇ ਨੇ ਨਾ ਕੀਤੀ ਹੀ ਨਹੀਂ। ਔਰ ਚਾਹੇ ਪੰਜਾਬੀ ਯੂਨੀਵਰਸਿਟੀ ਦੇ ਫਰੰਟ ਉੱਤੇ ਗੱਲ ਹੋਵੇ ਜਾਂ ਦੇਸ਼ ਵਿਦੇਸ਼ ਗਲੋਬਲ ਪੱਧਰ ਉੱਤੇ ਗੱਲ ਹੋਵੇ, ਤਾਂ ਸਾਰੇ ਹੀ ਬਹੁਤ ਸਹਿਯੋਗ ਦੇ ਰਹੇ ਨੇ। ਸਾਰਿਆਂ ਨੂੰ ਇਸ ਗੱਲ ਦੀ ਕੀਮਤ ਪਤਾ ਹੈ ਕਿ ਇਹ ਗੁਰਮਤਿ ਵਿੱਦਿਆ ਹੈ ਔਰ ਅਸੀਂ ਇਸ ਨੂੰ ਸੰਭਾਲ ਕੇ ਰੱਖਣਾ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਇਹਨੂੰ ਦੇਣਾ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਜੀ, ਬਹੁਤ ਅੱਛਾ ਲੱਗਿਆ। ਤੁਸੀਂ ਬਹੁਤ ਅੱਛੇ ਸਵਾਲ ਕੀਤੇ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।